ਸ਼ਲੋਕ ਮਹਿਲਾ ਤੀਜਾ। ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣਉ। ਮਹਿਲ ਭਗਤੀ ਘਰ ਸਰੈ, ਸੱਜਣ ਪਾਹੁਣਿਓ। ਬਰਸਨਾ ਤਾਂ ਬਰਸ ਘਨਾ, ਬਹੁੜ ਬਰਸੈ ਕਾਹੇ। ਨਾਨਕ ਤਿਨ ਬਲਿਹਾਰਣੇ, ਜਿਨ ਗੁਰਮੁਖ ਪਾਇਆ ਮਨ ਮਾਹੀ। ਮਹਿਲਾ ਤੀਜਾ। ਮਿੱਠਾ ਸੋ ਜੋ ਭਾਵੰਦਾ, ਸੱਜਣ ਸੋ ਜੇ ਰਾਸ। ਨਾਨਕ ਗੁਰਮੁਖ ਜਾਣੀਏ, ਜਾਕੋ ਆਪ ਕਰੇ ਪ੍ਰਗਾਸ। ਪੌੜੀ ਪ੍ਰਭ ਪਾਸ, ਜਨ ਕੀ ਅਰਦਾਸ। ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ। ਹਉ ਤੁਧ ਤੇ ਆਈ। ਜੀ ਜੰਤ ਸਭ ਤੇਰਿਆ, ਤੂੰ ਰਹਾ ਸਮਾਈ। ਜੋ ਦਾਸ ਤੇਰੇ ਕੀ ਨਿੰਦਾ ਕਰੇ, ਤਿਸ ਮਾਰ ਬਚਾਈ। ਚਿੰਤਾ ਛੱਡ ਅਚਿੰਤ ਰਹੋ, ਨਾਨਕ ਲਗ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦੀ ਵਿਚਾਰ, ਇਹਨਾਂ ਦੋਹਾਂ ਕਾਰਜਾਂ ਨੂੰ ਮਿਲ ਕੇ ਕਰਨ ਦੇ ਨਾਲ ਬਹੁਤ ਸਾਰੇ ਉਹ ਪ੍ਰਸ਼ਨ, ਉਹ ਸਵਾਲ ਜਿਨ੍ਹਾਂ ਦਾ ਉੱਤਰ ਜਗਿਆਸੂ ਲੋੜਦਾ ਹੈ, ਉਹ ਲੱਭ ਜਾਂਦੇ। ਕਿਉਂਕਿ ਗੁਰਬਾਣੀ ਦਾ ਕਮਾਲ ਇਹ ਹੈ ਕਿ ਹਰ ਔਖੀ ਤੋਂ ਔਖੀ ਗੱਲ ਨੂੰ ਸੌਖੀ ਕਰਕੇ ਸਮਝਾਉਣ ਦਾ ਉਪਰਾਲਾ ਕੀਤਾ ਗਿਆ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਮਹਾਰਾਜ ਨੇ ਐਸੀਆਂ ਮਿਸਾਲਾਂ ਦਿੱਤੀਆਂ ਨੇ ਜਿਹੜੀਆਂ ਸਾਡੀ ਆਮ ਜ਼ਿੰਦਗੀ ਦੇ ਨਾਲ ਮੇਲ ਖਾਂਦੀਆਂ, ਜਾਂ ਜਿਨ੍ਹਾਂ ਨੂੰ ਅਸੀਂ ਆਮ ਆਪਣੇ ਜੀਵਨ ਵਿੱਚ ਵਰਤਦੇ ਹਾਂ, ਸੁਣਦੇ ਹਾਂ ਅਤੇ ਦੇਖਦੇ ਹਾਂ। ਜਿਸ ਤਰ੍ਹਾਂ ਪਾਤਸ਼ਾਹ ਨੇ ਕਿਰਸਾਨ ਦਾ ਹਵਾਲਾ ਦਿੱਤਾ, ਤਾਂ ਉਹੀ ਸ਼ਬਦਾਵਲੀ ਵਰਤ ਕੇ ਮਨ ਹਾਲੀ, ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਪਾਓ ਕਰਮ ਕਰ ਜਮਸੀ, ਸੇ ਘਰ ਭਾਗਠ ਦੇਖ। ਬਾਬਾ ਮਾਇਆ ਸਾਥ ਨ ਹੋਏ, ਇਨ ਮਾਇਆ ਜਗ ਮੋਹਿਆ। ਵਿਰਲਾ ਬੂਝੇ ਕੋਇ। ਹੁਣ ਇਹਨਾਂ ਪੰਕਤੀਆਂ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮਾਰਗ ਦਰਸ਼ਨ ਕੀਤਾ। ਭਾਈ ਖੇਤੀ ਕਰਨੀ ਤੇ ਐਸੀ ਕਰੋ, ਮਨ ਨੂੰ ਹਾਲੀ ਬਣਾਓ, ਹਲ ਵਾਹੁਣ ਵਾਲਾ। ਕਿਰਸਾਣੀ ਕਰਨੀ, ਜਿਹੜੀ ਫਸਲ ਬੀਜਦੇ ਹੋ ਉਹ ਆਪਣੀ ਕਰਨੀ ਦੀ ਬੀਜੋ। ਸ਼ਰਮ ਪਾਣੀ, ਜਿਹੜੀ ਮਿਹਨਤ ਕਰਨੀ ਹੈ ਇਹ ਪਾਣੀ ਲਾਓ ਤੇ ਆਪਣੇ ਤਨ ਨੂੰ ਖੇਤ ਬਣਾਓ। ਹੁਣ ਦੇਖੋ, ਅਸੀਂ ਕਿਉਂਕਿ
ਜ਼ਿਮੀਂਦਾਰੇ ਕਿੱਤੇ ਨੂੰ ਭਾਵੇਂ ਕਰਦੇ ਨਾ ਹੋਈਏ, ਪਰ ਇਹ ਸਾਨੂੰ ਸਭ ਪਤਾ ਹੈ, ਕਿਉਂਕਿ ਸਾਡੇ ਇਰਦ ਗਿਰਦ ਵਿੱਚ ਕਿਰਸਾਣੀ ਕਰਨ ਵਾਲੇ ਬਹੁਤ ਲੋਕ ਨੇ। ਇਹ ਸ਼ਬਦਾਵਲੀ ਵਰਤ ਕੇ ਮਹਾਰਾਜ ਨੇ ਸਾਨੂੰ ਜਨ ਸਧਾਰਨ ਨੂੰ ਸਮਝਾ ਦਿੱਤਾ, ਭਾਈ ਇਹ ਸਰੀਰ ਤੁਹਾਡਾ ਖੇਤ ਹੈ। ਖੇਤ ਵਿੱਚ ਜਦੋਂ ਤੀਕਰ ਹਲ ਨਹੀਂ ਵਾਵਾਂਗੇ, ਬੀਜ ਕਿਵੇਂ ਪਾਵਾਂਗੇ? ਤੋ ਆਖਿਆ ਮਨ ਨੂੰ ਹਾਲੀ ਬਣਾਓ, ਜੋ ਤੁਸੀਂ ਕਰਨੀ ਕਰਦੇ ਹੋ ਸਵੇਰ ਤੋਂ ਸ਼ਾਮ ਤੀਕਰ ਇਹਨੂੰ ਆਪਣੀ ਫਸਲ ਬਣਾਓ, ਔਰ ਜਿਹੜਾ ਇਸ ਫਸਲ ਨੂੰ ਪਾਣੀ ਲਾਉਣਾ ਉਹ ਸ਼ਰਮ ਮਿਹਨਤ ਕਰਨਾ ਤੇ ਧਨ ਖੇਤ। ਹੁਣ ਸਾਨੂੰ ਸਮਝਣ ਵਿੱਚ ਕਠਿਨਾਈ ਨਹੀਂ ਰਹੇਗੀ। ਤੋ ਇੱਥੇ ਇਸ ਸ਼ਲੋਕ ਦੇ ਅੰਦਰ ਧੰਨ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਸ਼ਲੋਕ ਮਹਿਲਾ ਤੀਜਾ, ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣਾ। ਹੁਣ ਖੇਤ ਕਿਹਨੂੰ ਸਮਝ ਨਹੀਂ ਆਉਂਦਾ? ਤੁਸੀਂ ਆਖੋਗੇ ਖੇਤ ਤੇ ਅਸੀਂ ਜਾਣਦੇ। ਹੁਣ ਸ਼ਬਦ ਹੈ ਮਿਆਲਾਂ। ਇਹ ਠੀਕ ਹੈ ਕਿ ਮਿਆਲਾਂ ਕਿਹੜੇ ਇਲਾਕੇ ਦੀ ਬੋਲੀ ਹੈ, ਕਿਹੜੇ ਇਲਾਕੇ ਵਿੱਚ ਮਿਆਲਾਂ ਕਿਹਾ ਜਾਂਦਾ, ਪਰ ਇੱਥੇ ਮਤਲਬ ਹੈ ਵੱਟਾਂ। ਜ਼ਿਮੀਂਦਾਰ ਲੋਕ ਜਿਹੜੇ ਖੇਤੀ ਕਰਦੇ ਨੇ, ਜਦੋਂ ਵੇਖਦੇ ਨੇ ਕਿ ਅਸਮਾਨ ਵਿੱਚ ਬੱਦਲ ਆਇਆ ਤੇ ਉਹਨਾਂ ਨੂੰ ਅਨੁਮਾਨ ਹੋ ਜਾਂਦਾ ਹੈ ਕਿ ਹੁਣ ਮੀਂਹ ਵਸੇਗਾ। ਤੇ ਜਿਹੜੇ ਉਦਮੀ ਜ਼ਿਮੀਂਦਾਰ ਨੇ ਉਹ ਪਹਿਲਾਂ ਹੀ ਆਪਣੇ ਖੇਤਾਂ ਦੀ ਤਿਆਰੀ ਸ਼ੁਰੂ ਕਰ ਦਿੰਦੇ। ਤਿਆਰੀ ਕੀ ਹੈ? ਖੇਤ ਨੂੰ ਵਾਹ ਲੈਣਾ, ਇਹ ਵੀ ਤਿਆਰੀ ਹੈ। ਖੇਤ ਦੀਆਂ ਵੱਟਾਂ ਨੂੰ ਉੱਚਾ ਕਰ ਲੈਣਾ। ਕੀ ਮਤਲਬ ਹੈ ਕਿ ਜਦੋਂ ਮੀਂਹ ਪਵੇਗਾ ਤੇ ਸਾਡੇ ਖੇਤ ਪਾਣੀ ਨਾਲ ਭਰ ਜਾਣਗੇ, ਤੇ ਜਿਨ੍ਹਾਂ ਨੇ ਆਪਣੀਆਂ ਵੱਟਾਂ ਉੱਚੀਆਂ ਨਹੀਂ ਕੀਤੀਆਂ ਉਹਨਾਂ ਦੇ ਖੇਤਾਂ ਵਿੱਚੋਂ ਪਾਣੀ ਨਿਕਲ ਜਾਏਗਾ, ਦੂਜੇ ਖੇਤਾਂ ਵਿੱਚ ਚਲੇ ਜਾਏਗਾ। ਆਖਿਆ ਇਸੇ ਤਰ੍ਹਾਂ ਜਿਵੇਂ ਇੱਕ ਜ਼ਿਮੀਂਦਾਰ ਘਰ ਉੱਚਾ ਨਿਰਣਾਉ ਆਸਮਾਨ ਬੱਦਲ ਵੱਲ ਵੇਖਦਾ ਹੈ ਤੇ ਬੱਦਲ ਦਾ ਮੌਸਮ ਦੇਖ ਕੇ ਉਸ ਨੂੰ ਲੱਗਦਾ ਹੈ ਕਿ ਹੁਣ ਮੀਂਹ ਪਵੇ। ਨਿਰਣਾਉ ਦਾ ਮਤਲਬ ਹੈ ਤੱਕ ਕੇ, ਜਾਣ ਕੇ, ਸਮਝ ਕੇ। ਤੋ ਸਿਆਣਾ ਜ਼ਿਮੀਂਦਾਰ ਆਪਣੇ ਖੇਤ ਦੀਆਂ ਵੱਟਾਂ ਉੱਚੀਆਂ ਕਰ ਲੈਂਦਾ। ਹੁਣ ਇਹ ਇੱਕ ਮਿਸਾਲ ਹੈ, ਔਰ ਮਿਸਾਲ ਵੀ ਉਹ ਹੈ ਜਿਹੜੀ ਆਮ ਜੀਵਨ ਨਾਲ ਸੰਬੰਧ ਰੱਖਦੀ। ਸਾਨੂੰ ਇਸ ਤੋਂ ਕੀ ਪ੍ਰੇਰਨਾ ਮਿਲੀ? ਬਈ ਤੁਸੀਂ ਵੀ ਤਿਆਰੀ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਰਮਾਤਮਾ ਦੀ ਬੰਦਗੀ ਕਰੀਏ, ਜੇ ਅਸੀਂ ਮਨੁੱਖਾ ਜੀਵਨ ਨੂੰ ਸਫਲ ਕਰੀਏ, ਜੇ ਸਾਡੇ ਸਰੀਰ ਰੂਪੀ ਖੇਤ ਦੇ ਅੰਦਰ ਸ਼ੁਭ ਗੁਣਾਂ ਦੀ ਖੇਤੀ ਪੈਦਾ ਹੋਵੇ, ਫਿਰ ਸਾਨੂੰ ਵੀ ਆਪਣੇ ਖੇਤ ਦੀਆਂ ਵੱਟਾਂ ਉੱਚੀਆਂ ਕਰਨੀਆਂ ਚਾਹੀਦੀਆਂ ਨੇ, ਤਿਆਰੀ ਕਰਨੀ ਚਾਹੀਦੀ। ਕਿਉਂਕਿ ਉਦਮ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ। ਇਸ ਲਈ ਪਾਤਸ਼ਾਹ ਨੇ ਬਾਣੀ ਵਿੱਚ ਸਮਝਾਇਆ, ਉਦਮ ਕਰਨਾ ਬਹੁਤ ਜ਼ਰੂਰੀ ਹੈ। ਜਿਹੜੇ ਉਦਮ ਨਹੀਂ ਕਰਦੇ, ਆਲਸੀ ਹਨ, ਦਲਿਦਰੀ ਹਨ, ਉਹ ਪਛੜ ਜਾਂਦੇ। ਇਸ ਲਈ ਗੁਰੂ ਘਰ ਵਿੱਚ ਤੇ ਪਹਿਲੀ ਬਾਤ ਕਹੀ ਹੈ, ਭਈ ਉਦਮ ਕਰ ਹਰ ਜਾਪਣਾ, ਤਥਾ ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਭੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ।
ਉਦਮ ਕਰਨਾ ਮਨੁੱਖ ਲਈ ਬਹੁਤ ਜ਼ਰੂਰੀ। ਮੈਂ ਕਿਸੇ ਮਹਾਤਮਾ ਦੀ ਗੱਲ ਸੁਣੀ, ਉਹ ਕਹਿਣ ਲੱਗੇ, ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ, ਦਲਿਦਰੀਆਂ ਕਰ ਗਊ ਲਵੇਰੀ, ਕੌਣ ਉੱਠੇ ਤੇ ਚੋਣ। ਇੱਕ ਮੁਹਾਵਰਾ, ਜੇ ਆਪਾਂ ਉਦਮ ਕਰਾਂਗੇ ਤੇ 4 ਪੈਸੇ ਪ੍ਰਾਪਤ ਹੋਣਗੇ। ਹੱਟੀ ਵਾਲਾ ਹੱਟੀ ਤੇ ਜਾਂਦਾ, ਨੌਕਰੀ ਵਾਲਾ ਨੌਕਰੀ ਤੇ ਜਾਂਦਾ, ਉਦਮ ਕਰਨਾ। ਪਤਾ ਜੇ ਉਦਮ ਨਹੀਂ ਕਰਾਂਗਾ ਗੈਰ ਹਾਜ਼ਰੀ ਲੱਗ ਜਾਏਗੀ, ਹੱਟੀ ਨਹੀਂ ਖੋਲਾਂਗਾ ਗਾਹਕ ਨਹੀਂ ਆਉਣਗੇ, 4 ਪੈਸੇ ਨਹੀਂ ਮਟੇਗੇ। ਉਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ। ਜੇ ਗਰਮੀਆਂ ਦੀ ਰੁੱਤ ਹੋਵੇ, ਪਸੀਨੇ ਛੁੱਟ ਰਹੇ ਹੋਣ, ਕੋਲ ਪੱਖੀ ਪਈ ਹੋਵੇ ਤੇ ਪੱਖੀ ਨੂੰ ਹੱਥ ਵਿੱਚ ਫੜ ਕੇ ਹਿਲਾਵਾਂਗੇ ਤੇ ਹਵਾ ਆਵੇਗੀ। ਹਵਾ ਆਵੇਗੀ ਤੇ ਪਸੀਨਾ ਸੁੱਕੇਗਾ ਤੇ ਸਾਨੂੰ ਸੁੱਖ ਮਿਲੇਗੀ। ਇਹ 2 ਗੱਲਾਂ ਅਸੀਂ ਸਭ ਜਾਣਦੇ। ਉਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ, ਦਲਿਦਰੀਆਂ ਕਰ ਗਊ ਲਵੇਰੀ। ਮਾਲਕ ਤੀਵੀਂ ਦੋਵੇਂ ਹੀ ਦਲਿਦਰੀ ਹਨ, ਆਲਸੀ ਹਨ, ਤੇ ਗਊ ਦੁੱਧ ਦੇਣ ਵਾਲੀ ਕਿਲੇ ਤੇ ਬੱਧੀ ਹੋਈ। ਉਹਦੇ ਚੋਣ ਦਾ ਟਾਈਮ ਹੋ ਗਿਆ, ਗਾਂ ਵੀ ਬਾਂ ਕਰ ਰਹੀ ਹੈ, ਪਰ ਦਲਿਦਰੀ ਪਤੀ ਪਤਨੀ ਨੂੰ ਕਹਿੰਦਾ ਤੂੰ ਉੱਠ ਕੇ ਚੋ ਲੈ। ਪਤਨੀਆਂ ਦੀ ਤੂੰ ਉੱਠ ਕੇ ਚੋ ਲੈ। ਉੱਠਦਾ ਦੋਵਾਂ ਵਿੱਚੋਂ ਕੋਈ ਨਹੀਂ, ਦੱਸੋ ਕੌਣ ਚੋਵੇ। ਤੋ ਗੁਰੂ ਪਾਤਸ਼ਾਹ ਕਹਿੰਦੇ, ਭਾਈ ਜੇ ਤੁਸੀਂ ਆਪਣੇ ਇਸ ਸਰੀਰ ਰੂਪੀ ਖੇਤ ਵਿੱਚ ਦੈਵੀ ਗੁਣ ਪੈਦਾ ਕਰਨਾ ਚਾਹੁੰਦੇ ਹੋ, ਜੇ ਤੁਸੀਂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੁੰਦੇ ਹੋ, ਤਾਂ ਫਿਰ ਇੱਕ ਜ਼ਿਮੀਂਦਾਰ ਤੋਂ ਸਿੱਖਿਆ ਲੈ ਲਓ। ਜਿਵੇਂ ਜ਼ਿਮੀਂਦਾਰ ਬੱਦਲਾਂ ਵੱਲ ਵੇਖ ਕੇ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੰਦਾ। ਮਹਿਲ ਭਗਤੀ ਘਰ ਸਰੈ, ਜਿਸ ਜਗਿਆਸੂ ਜੀਵ ਦੇ ਹਿਰਦੇ ਵਿੱਚ ਇਹ ਚਾਹ ਹੈ ਕਿ ਮੈਂ ਪਰਮਾਤਮਾ ਦੀ ਭਗਤੀ ਕਰਾਂ, ਮੈਨੂੰ ਮਨੁੱਖਾ ਜੀਵਨ ਮਿਲਿਆ, ਮੈਨੂੰ ਸਫਲ ਕਰਾਂ। ਤੂੰ ਕਹਿੰਦੇ ਮਹਿਲ ਭਗਤੀ ਘਰ ਸਰੈ, ਜਿਸ ਘਰ ਦੇ ਵਿੱਚ, ਜਿਸ ਜੀਵ ਇਸਤਰੀ ਦੇ ਘਰ ਵਿੱਚ ਸਰੈ ਭਗਤੀ ਦੀ ਭਾਵਨਾ ਬਣੀ ਹੋਈ ਹੈ, ਭਾਵ ਜਿਸ ਨੇ ਤਿਆਰੀ ਕੀਤੀ ਹੋਈ ਹੈ। ਇਹ ਹੁਣ ਦੂਜੀ ਮਿਸਾਲ ਹੈ। ਜਦੋਂ ਸਾਡੇ ਘਰ ਕਿਸੇ ਮਹਿਮਾਨ ਨੇ ਆਉਣਾ ਹੋਵੇ, ਭਾਵੇਂ ਘਰ ਪਹਿਲਾਂ ਵੀ ਸਾਫ ਸੁਥਰਾ ਪਿਆ, ਪਰ ਉਦਣ ਅਸੀਂ ਵਿਸ਼ੇਸ਼ ਤੌਰ 'ਤੇ ਤਿਆਰੀ ਕਰਦੇ ਹਾਂ। ਚਾਦਰਾਂ ਵਿਛਾਉਂਦੇ ਹਾਂ, ਸਫਾਈ ਕਰਦੇ ਹਾਂ, ਹੋਰ ਹਰ ਚੀਜ਼ ਨੂੰ ਐਨ ਫਿੱਟ ਫਾਰ ਕਰਦੇ। ਭਾਈ ਅੱਜ ਪ੍ਰਾਹੁਣਿਆਂ ਨੇ ਆਉਣਾ, ਆਖਿਆ ਇਸੇ ਤਰ੍ਹਾਂ ਪਰਮਾਤਮਾ ਰੂਪੀ ਪ੍ਰਾਹੁਣੇ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਸੱਦਣ ਲਈ ਸਾਨੂੰ ਭਗਤੀ ਭਾਵਨਾ ਪੈਦਾ ਕਰਨੀ ਚਾਹੀਦੀ। ਕਮਾਲ ਹੈ। ਕਿਸ ਤਰ੍ਹਾਂ ਸਾਨੂੰ ਸਮਝਾਇਆ। ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣੋ, ਮਹਿਲ ਭਗਤੀ ਘਰ ਸਰੈ, ਸੱਜਣ ਪਾਹੁਣਿਓ। ਫਿਰ ਵਾਹਿਗੁਰੂ ਸੱਜਣ ਪ੍ਰਾਹੁਣਾ ਬਣ ਕੇ ਆਉਂਦਾ ਹੈ। ਪ੍ਰਭੂ ਸੱਜਣ ਉਸ ਹਿਰਦੇ ਰੂਪੀ ਘਰ ਵਿੱਚ ਆਉਂਦਾ ਤੇ ਜਗਿਆਸੂ ਅਰਦਾਸ ਕਰਦਾ, ਜਿਵੇਂ ਇੱਕ ਜ਼ਿਮੀਂਦਾਰ ਅਰਦਾਸ ਕਰਦਾ। ਬਰਸਨਾ ਤਾਂ ਬਰਸ ਕਨਾ, ਹੇ ਬੱਦਲ ਅੱਜ ਚੰਗੀ ਤਰ੍ਹਾਂ ਵਸ ਜਾ। ਹੇ ਕਨਾ, ਹੇ ਬੱਦਲ ਬਰਸਨਾ ਤਾਂ ਬਰਸ ਕਨਾ। ਕਈਆਂ ਨੇ ਘਨਾ ਦਾ ਅਰਥ ਬਹੁਤਾ ਵੀ ਕਰਦੇ ਨੇ, ਪਰ ਘਨ ਬੱਦਲ ਨੂੰ ਵੀ ਕਹਿੰਦੇ ਨੇ, ਹੇ ਬੱਦਲ ਜੇ ਤੂੰ ਬਰਸਣਾ ਤੇ ਅੱਜ ਪੂਰੀ ਤਰ੍ਹਾਂ ਬਰਸ। ਬਹੁੜ ਬਰਸੈਂ ਕਾਹੇ,
ਸਮਾਂ ਬੀਤ ਜਾਣ ਤੋਂ ਬਾਅਦ ਬਰਸਣ ਦਾ ਕੀ ਫਾਇਦਾ। ਹੁਣ ਇਹਦੇ ਵੀ ਅਰਥ ਬੜੇ ਕਮਾਲ ਨੇ। ਆਖਿਆ ਇਹ ਗੁਰੂ ਬੱਦਲ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣਾ ਉਪਦੇਸ਼ ਰੂਪੀ ਮੀਂਹ ਬਰਸਾ। ਜੇ ਸਮਾਂ ਬੀਤ ਗਿਆ ਫਿਰ ਬਰਸਣ ਦਾ ਕੀ ਲਾਭ। ਭਾਵ ਜੇ ਮੇਰਾ ਜੀਵਨ ਰੂਪੀ ਸੀਜ਼ਨ ਲੰਘ ਗਿਆ, ਕਿਉਂਕਿ ਸੀਜ਼ਨ ਹੈ ਬਰਸਾਤ ਦਾ ਸੀਜ਼ਨ, ਸਾਉਣੀ ਫਸਲ ਲਈ ਬੜਾ ਜ਼ਰੂਰੀ ਹੈ। ਮਨੁੱਖਾ ਜੀਵਨ ਵਿੱਚ ਗੁਰੂ ਦੀ ਸੰਗਤ, ਗੁਰੂ ਦਾ ਉਪਦੇਸ਼ ਲੈਣਾ ਬੜਾ ਜ਼ਰੂਰੀ। ਤੋ ਗੱਲ ਤੇ ਬੜੀ ਡੂੰਘੀ ਹੈ। ਭਾਵੇਂ ਸ਼ਬਦ ਦਾ ਸਰੂਪ ਬੜਾ ਸੰਖੇਪ ਹੈ, ਪਰ ਕਿਤਨੀ ਡੂੰਘੀ ਗੱਲ ਕਹੀ ਗੁਰੂ ਅਮਰਦਾਸ ਜੀ। ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣਉ, ਮਹਿਲ ਭਗਤੀ ਘਰ ਸਰੈ, ਸੱਜਣ ਪਾਹੁਣਿਓ। ਆਪਣੇ ਹਿਰਦੇ ਰੂਪੀ ਘਰ ਵਿੱਚ ਭਗਤੀ ਦੀ ਭਾਵਨਾ ਪੈਦਾ ਕਰਨੀ ਪਵੇ। ਸੱਜਣ ਪਾਹੁਣਿਓ, ਫਿਰ ਉਹ ਵਾਹਿਗੁਰੂ ਸੱਜਣ ਪ੍ਰਾਹੁਣਾ ਬਣ ਕੇ ਆਉਂਦਾ ਹੈ। ਬਰਸਣਾ ਤਾਂ ਬਰਸ ਕਨਾ, ਜਿਵੇਂ ਬੱਦਲ ਨੂੰ ਜ਼ਿਮੀਂਦਾਰ ਬੇਨਤੀ ਕਰਦਾ, ਹੇ ਮੀਂਹ ਅੱਜ ਚੰਗੀ ਤਰ੍ਹਾਂ ਪੈ ਜਾ, ਮੇਰੇ ਖੇਤ ਭਰ ਜਾ। ਇਸੇ ਤਰ੍ਹਾਂ ਗੁਰੂ ਬੱਦਲ ਦੇ ਅੱਗੇ ਵੀ ਬੇਨਤੀ ਕਰਨੀ ਹੈ, ਹੇ ਗੁਰੂ ਰੂਪੀ ਬੱਦਲ ਬਰਸਣਾ ਤਾਂ ਬਰਸ, ਮੇਰੇ ਤੇ ਕਿਰਪਾ ਕਰ। ਬਹੁੜ ਬਰਸੈ ਕਾਹੇ, ਜਿਵੇਂ ਮੇਰੀ ਉਮਰ ਬੀਤ ਗਈ, ਮੇਰੀ ਸਵਾਸਾਂ ਦੀ ਪੂੰਜੀ ਮੁੱਕ ਗਈ, ਫੇਰ ਕੀ ਫਾਇਦਾ। ਨਾਨਕ ਤਿੰਨ ਬਲਿਹਾਰਣੇ, ਨਾਨਕ ਜੀ ਫਰਮਾਉਂਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਜਿਨ ਗੁਰਮੁਖ ਪਾਇਆ ਮਨ ਮਾਹੇ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨ ਕੇ ਆਪਣੇ ਮਨ ਵਿੱਚ ਹੀ ਉਸ ਪਰਮਾਤਮਾ ਨੂੰ ਪ੍ਰਗਟ ਕਰ ਲਿਆ ਹੈ ਤੇ ਅੰਦਰ ਹੀ। ਹੁਣ ਇਹ ਚਾਰ ਪੰਕਤੀਆਂ ਨੂੰ ਮੁੜ ਮੁੜ ਕੇ ਪੜ੍ਹੋ, ਵਿਚਾਰੋ, ਫਿਰ ਸਮਝਾਂ। ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣਉ, ਮਹਿਲ ਭਗਤੀ ਕਰ ਸਰੈ, ਸੱਜਣ ਪਾਹੁਣਿਓ। ਬਰਸਣਾ ਤਾਂ ਬਰਸ ਘਨਾ, ਬਹੁੜ ਬਰਸੈ ਕਾਹੇ, ਨਾਨਕ ਤਿਨ ਬਲਿਹਾਰਣੇ, ਜਿਨ ਗੁਰਮੁਖ ਪਾਇਆ ਮਨ ਮਾਹੀ। ਮਹਿਲਾ ਤੀਜਾ, ਮਿੱਠਾ ਸੋ ਜੋ ਭਾਵੰਦਾ, ਸੱਜਣ ਸੋ ਜੇ ਰਾਸ, ਨਾਨਕ ਗੁਰਮੁਖ ਜਾਣੀਏ, ਜਾ ਕੋ ਆਪ ਕਰੇ ਪਰਗਾਸ। ਆਖਿਆ ਅਸਲ ਪਿਆਰਾ ਪਦਾਰਥ ਮਿੱਠਾ ਉਹ ਹੈ ਜੋ ਸਦਾ ਚੰਗਾ ਲੱਗਦਾ ਰਹੇ। ਸੱਜਣ ਉਹ ਹੈ, ਮਿੱਤਰ ਉਹ ਹੈ ਜਿਹਦੇ ਨਾਲ ਸਦਾ ਬਣੀ ਰਹੇ। ਹੁਣ ਬੜੀ ਡੂੰਘੀ ਗੱਲ ਹੈ ਭਾਈ, ਇਹ ਦੁਨੀਆ ਦੇ ਪਦਾਰਥ ਤੇ ਕਰ ਲਓ, ਖਾ ਲਓ, ਫਿਰ ਖਤਮ। ਔਰ ਕਈ ਵਾਰੀ ਅਸੀਂ ਜਿਨ੍ਹਾਂ ਪਦਾਰਥਾਂ ਨੂੰ ਮਿੱਠਾ ਕਰਕੇ ਖਾਂਦੇ ਹਾਂ, ਉਹਨਾਂ ਦਾ ਨਤੀਜਾ ਕੌੜਾ ਨਿਕਲਦਾ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾ। ਆਖਿਆ ਉਹ ਵਾਹਿਗੁਰੂ ਦਾ ਨਾਮ ਹੀ ਮਿੱਠਾ, ਜਿਹੜਾ ਸਦਾ ਚੰਗਾ ਲੱਗਦਾ ਰਹੇ। ਔਰ ਸੱਜਣ ਉਹ ਮਿੱਤਰ ਉਹ ਚੰਗਾ ਜਿਹੜਾ ਸਾਨੂੰ ਰਾਸ, ਹੁਣ ਰਾਸ ਦੇ ਵੀ ਅਰਥ ਦੋ ਕੀਤੇ ਨੇ, ਜਿਹਦੇ ਕੋਲ ਪਰਮਾਤਮਾ ਦੇ ਨਾਮ ਦੀ ਪੂੰਜੀ ਹੋਵੇ, ਤਥਾ ਜਿਹੜਾ ਸਾਨੂੰ ਫਿੱਟ ਬੈਠੇ, ਜਿਹੜਾ ਸਾਡੇ ਲਈ ਲਾਹੇਵੰਦ ਹੋਵੇ। ਮਿੱਠਾ ਸੋ ਜੋ ਭਾਵੰਦਾ, ਸੱਜਣ ਸੋ ਜੇ ਰਾਸ, ਨਾਨਕ ਗੁਰਮੁਖ ਜਾਣੀਏ, ਜਾ ਕੋ ਆਪ ਕਰੇ ਪਰਗਾਸ। ਆਖਿਆ ਜਿਸ ਦੇ ਅੰਦਰ ਪ੍ਰਭੂ ਆਪ ਚਾਨਣ ਕਰੇ, ਉਸ ਨੂੰ ਗੁਰੂ ਦੀ ਰਾਹੀਂ ਇਹ ਸਮਝ ਪੈ ਜਾਂਦੀ। ਪੌੜੀ ਪ੍ਰਭ ਪਾਸ ਜਨ ਕੀ ਅਰਦਾਸ, ਪ੍ਰਭ ਪਾਸ, ਪਾਸ ਤੇ ਸੱਸੇ ਨੂੰ ਸਿਆਰੀ। ਹੁਣ ਪਾਸ ਦੇ ਅਰਥ ਕਈ ਹਨ, ਸਮਾਂ ਆਗਿਆ ਨਹੀਂ ਦਿੰਦਾ, ਪਰ ਇਸ ਦੇ ਅਖਰੀ ਅਰਥ ਨੇ ਕਿ ਪ੍ਰਭੂ ਦੇ ਪਾਸ ਕੋਲ
ਜਨ ਕੀ ਅਰਦਾਸ। ਸੇਵਕ ਦੀ ਹਮੇਸ਼ਾ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ। ਤੂੰ ਸੱਚਾ ਸਾਈਂ, ਹੇ ਮਾਲਕ ਤੂੰ ਸੱਚਾ ਖਸਮ। ਤੂੰ ਰਖਵਾਲਾ ਸਦਾ ਸਦਾ, ਹਉ ਤੁਧ ਧਿਆਈ। ਤੂੰ ਸਦਾ ਰਖਵਾਲਾ, ਭਾਵ ਹਰ ਸਮੇਂ ਮੇਰੇ ਨਾਲ ਨਿਭਣ ਵਾਲਾ। ਦੁਨੀਆ ਦੇ ਮਿੱਤਰ ਸਾਰੇ ਸਦਾ ਨਾਲ ਨਹੀਂ ਨਿਭ ਸਕਦੇ। ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ। ਤੂੰ ਰਖਵਾਲਾ ਸਦਾ ਸਦਾ, ਹਉ ਤੁਧ ਧਿਆਈ। ਜੀ ਜੰਤ ਸਭ ਤੇਰਿਆ, ਤੂੰ ਰਹਾ ਸਮਾਈ। ਹੇ ਵਾਹਿਗੁਰੂ, ਇਹ ਜਿਤਨੇ ਜੀਵ ਜੰਤ ਨੇ, ਸੂਖਸ਼ਮ ਅਸਥੂਲ ਛੋਟੇ ਵੱਡੇ, ਸਭ ਤੇਰੇ ਨੇ, ਔਰ ਤੂੰ ਸਾਰਿਆਂ ਵਿੱਚ ਹੀ ਵਿਆਪਕ ਹੈ। ਇਹਨਾਂ ਵਿੱਚ ਤੂੰ ਮੌਜੂਦ ਹੈ, ਰਵਿਆ ਹੋਇਆ। ਜੋ ਦਾਸ ਤੇਰੇ ਕੀ ਨਿੰਦਾ ਕਰੇ, ਤਿਸ ਮਾਰ ਪਚਾਈ। ਹੇ ਅਕਾਲ ਪੁਰਖ, ਜਿਹੜਾ ਤੇਰੇ ਸੇਵਕਾਂ ਦੀ ਨਿੰਦਿਆ ਕਰਦਾ, ਬੁਰਾ ਚਾਹੁੰਦਾ, ਉਹਨਾਂ ਲਈ ਭੈੜਾ ਸੋਚਦਾ, ਤੂੰ ਬਰਦਾਸ਼ਤ ਨਹੀਂ ਕਰਦਾ। ਨਿੰਦਕ ਮਾਰੇ ਤਤਕਾਲ, ਖਿਨ ਟਿਕਣ ਨਾ ਦਿੱਤੇ। ਪਰਮਾਤਮਾ ਉਹਨਾਂ ਨੂੰ ਟਿਕਣ ਨਹੀਂ ਦਿੰਦਾ, ਕਿਉਂਕਿ ਵਾਹਿਗੁਰੂ ਦੇ ਸੇਵਕ ਨਿਰਵੈਰ ਨੇ। ਤੇ ਨਿਰਵੈਰੈ ਨਾਲ ਜੋ ਵੈਰ ਰਚਾਏ, ਆਪਣੇ ਘਰ ਲੂਕੀ ਲਾਇੰਦਾ। ਜੋ ਦਾਸ ਤੇਰੇ ਕੀ ਨਿੰਦਾ ਕਰੇ, ਜਿਸ ਮਾਰ ਪਚਾਈ। ਫਿਰ ਪਾਤਸ਼ਾਹ ਕਹਿੰਦੇ, ਹੇ ਭਾਈ, ਹੇ ਜੀਵ, ਚਿੰਤਾ ਛੱਡ ਅਚਿੰਤ ਰਹੋ, ਨਾਨਕ ਲਗ ਪਾਈ। ਨਾਨਕ ਜੀ ਫਰਮਾਉਂਦੇ ਨੇ, ਐਸੇ ਪ੍ਰਭੂ ਦੇ ਚਰਨੀ ਲੱਗ ਕੇ ਤੂੰ ਚਿੰਤਾ ਨੂੰ ਛੱਡ ਤੇ ਅਚਿੰਤ ਹੋ ਜਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਤੋ ਸਾਧ ਸੰਗਤ, ਧੰਨ ਗੁਰੂ ਅਮਰਦਾਸ ਜੀ ਨੇ ਇਹਨਾਂ ਸ਼ਲੋਕਾਂ ਤੇ ਪੌੜੀ ਵਿੱਚ ਕੈਸੀ ਕਮਾਲ ਦੀ ਸਿੱਖਿਆ ਦਿੱਤੀ ਨੇ, ਅਸੀਂ ਕਦੇ ਵਿਚਾਰ ਨਹੀਂ ਕੀਤੀ। ਸਤਿਗੁਰੂ ਸਾਨੂੰ ਪ੍ਰੇਰਿਤ ਕਰਦੇ ਨੇ, ਭਾਈ ਉਸ ਜ਼ਿਮੀਂਦਾਰ ਤੋਂ ਸਿੱਖਿਆ ਲੈ ਲਓ, ਉਸ ਜਿਸ ਨੇ ਆਪਣੇ ਖੇਤਾਂ ਨੂੰ ਸਵਾਰਿਆ ਤੇ ਤਿਆਰੀ ਕੀਤੀ ਹੈ, ਆਪਾਂ ਵੀ ਤਿਆਰੀ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।